ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ, ਪਾਦ ਪੰਕਜ ਬੰਧਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ
ਨਿਤ ਕਾਰੇਗਰ ਚਿੰਤ ਹੈ ਸ੍ਰੀ ਹਰਿਮੰਦਰ ਚਾਰ। ਸ੍ਰੀ ਅਰਜਨ ਸਿੱਖਣ ਸਹਿਤ ਆਨੰਦ ਬਿਲੰਦ ਨਿਹਾਰ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਨਿਤ ਕਾਰੇਗਰ ਚਿੰਤ ਹੈ ਸ੍ਰੀ ਹਰਿਮੰਦਰ ਚਾਰ। ਸ੍ਰੀ ਅਰਜਨ ਸਿੱਖਣ ਸਹਿਤ ਆਨੰਦ ਬਿਲੰਦ ਨਿਹਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 56 ਸ਼ੁਰੂ ਕਰਦੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕੁਝ ਸਿੱਖਾਂ ਦੇ ਪ੍ਰਸੰਗ, ਔਰ ਇਸ ਅਧਿਆਇ ਦੇ ਵਿੱਚ ਜਿਵੇਂ ਹਰਿਮੰਦਰ ਸਾਹਿਬ ਤਿਆਰ ਹੋਇਆ, ਫਿਰ ਸ੍ਰੀ ਅੰਮ੍ਰਿਤਸਰ ਦੀ ਜੋ ਮਹਾਨਤਾ ਹੈ ਗੁਰੂ ਸਾਹਿਬ ਜੀ ਉਹਦੇ ਬਾਰੇ ਇੱਥੇ ਬਖਸ਼ਿਸ਼ ਕਰਕੇ ਦੱਸਦੇ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਤ ਕਾਰੀਗਰ ਜਿਹੜੇ ਨੇ ਉਹ ਸ੍ਰੀ ਹਰਿਮੰਦਰ ਚਿੰਤ ਹੈ ਸ੍ਰੀ ਹਰਿਮੰਦਰ ਚਾਰ। ਚਾਰ ਦਾ ਅਰਥ ਹੈ ਕਿ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਚਨਾਈ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਔਰ ਗੁਰੂ ਕੇ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਵੇਖ ਵੇਖ ਕੇ ਬੜੇ ਆਨੰਦ ਤੇ ਬੜੇ ਪ੍ਰਸੰਨ ਨੇ। ਚਹੁੰ ਦਿਸ ਬਣੇ ਸੁਪਾਨ ਚਕੋਰ ਸੁੰਦਰ ਬਣਿਓ ਦਰਸ਼ਨੀ ਪੌਰ। ਕਹਿੰਦੇ ਜਿਹੜੀਆਂ ਅੰਮ੍ਰਿਤ ਸਰੋਵਰ ਦੀਆਂ ਪੌੜੀਆਂ ਨੇ ਉਹ ਚਾਰੇ ਪਾਸੋਂ ਬੜੀਆਂ ਸੋਹਣੀਆਂ ਪੱਕੀਆਂ ਇੱਕੋ ਸਾਰ ਬਣੀਆਂ। ਜਿਹੜਾ ਦਰਸ਼ਨੀ ਦਰਵਾਜ਼ਾ ਹੈ ਇਹ ਤਿਆਰ ਹੋਇਆ ਔਰ ਦਰਸ਼ਨੀ ਦਰਵਾਜ਼ਾ ਆਪ ਜੀ ਜਾਣਦੇ ਹੋ, ਜਦੋਂ ਅਕਾਲ ਤਖਤ ਸਾਹਿਬ ਤੋਂ ਆਈਏ ਹਰਿਮੰਦਰ ਸਾਹਿਬ ਨੂੰ ਜਿੱਥੋਂ ਪੁਲ ਤੋਂ ਲੰਘ ਕੇ ਜਾਣਾ ਹੈ, ਜਿਹੜਾ ਪਹਿਲਾ ਦਰਵਾਜ਼ਾ ਹੈ ਗੇਟ ਉਹ ਦਰਸ਼ਨੀ ਡਿਓੜੀ ਹੈ, ਉਹ ਸਤਿਗੁਰੂ ਜੀ ਨੇ ਤਿਆਰ ਕਰਵਾਇਆ, ਪੁਲ ਤਿਆਰ ਕਰਵਾਇਆ ਹੈ। ਸਰ ਅੰਦਰ ਪੁਲ ਰਚਿਓ ਵਿਸਾਲ ਜਹ ਕੋ ਆਏ ਜਾਏ ਨਰ ਜਾਲ। ਸਰੋਵਰ ਦੇ ਵਿੱਚ ਕਿਉਂਕਿ ਪੁਲ ਇੱਕੋ ਪਾਸੇ ਲਵਾਇਆ ਲਹਿੰਦੇ ਵਾਲੇ ਪਾਸੇ, ਕਿ ਬੜਾ ਸੋਹਣਾ ਪੁਲ ਤਿਆਰ ਕੀਤਾ ਜਿੱਥੋਂ ਸੰਗਤਾਂ ਨੇ ਆਉਣਾ ਵੀ ਹੈ ਜਾਣਾ ਵੀ ਹੈ। ਚਹੁੰ ਦਿਸ ਤੇ ਮਿਣਤੇ ਕਰ ਸਾਰੀ ਕੁਰਸੀ ਸਰ ਤੇ ਉਰਦ ਉਸਾਰੀ। ਕਹਿੰਦੇ ਚਾਰੇ ਪਾਸਿਓਂ ਮਿਣਤੀ ਕਰਕੇ ਜਿਹੜੀ ਸ੍ਰੀ ਹਰਿਮੰਦਰ ਸਾਹਿਬ ਦੀ ਕੁਰਸੀ ਹੈ ਉਹ ਸਰੋਵਰ ਨਾਲ ਉੱਚੀ ਕਰਕੇ ਰੱਖੀ ਹੈ। ਕੁਰਸੀ ਜਿਹੜੀ ਇਹ ਪੁਲ ਬਣਾਇਆ ਹੈ ਪੁਲ ਦੇ ਬਰਾਬਰ ਹੈ। ਚਾਰ ਕੋਣ ਜੁਤ ਭਲੇ ਬਣਾਏ ਪੂਰਬ ਦੇ ਸਹਾਰ ਪੌੜ ਰਖਾਏ। ਸਤਿਗੁਰੂ ਜੀ ਨੇ ਚਾਰ ਕੋਣੇ ਬੜੇ ਸੋਹਣੇ ਢੰਗ ਨਾਲ ਮਿਹਨਤੀ ਕਰਕੇ ਜਿੱਥੇ ਹਰਿਮੰਦਰ ਸਾਹਿਬ ਬਣਾਉਣਾ ਚਾਰ ਕੋਣੇ ਮਿਹਨਤੀ ਕੀਤੇ, ਕਾਰੀਗਰਾਂ ਤੋਂ ਮਿਹਨਤੀ ਕਰਵਾਏ। ਪੂਰਬ ਵਾਲੇ ਪਾਸੇ ਹਰ ਪੌੜ ਹਰੀ ਦੀ ਪੌੜੀ ਜਿਹੜੀ ਹੈ ਉਹ ਰੱਖੀ ਗਈ ਹੈ। ਪ੍ਰਦਰਸ਼ਨਾਂ दैबे ਕੇ ਕਾਰਨ ਕੁਰਸੀ ਪਰ ਥਲ ਰਾਖ ਸੁਧਾਰਨ। ਜਿਹੜੀਆਂ ਹਰਿਮੰਦਰ ਸਾਹਿਬ ਦੀਆਂ ਬਾਹਰਲੀ ਸਾਈਡ ਤੋਂ ਪਰਿਕਰਮਾ ਕਰਦੀਆਂ ਨੇ ਔਰ ਪਰਿਕਰਮਾ ਬਾਹਰੋਂ ਕੀਤੀਆਂ ਜਾਂਦੀਆਂ ਨੇ, ਜਿੱਥੇ ਪ੍ਰਕਾਸ਼ ਹੈ ਅੰਦਰੋਂ ਪਰਿਕਰਮਾ ਕਰਨ ਦੀ ਜਗ੍ਹਾ ਰੱਖੀ ਵੀ ਨਹੀਂ ਗਈ। ਜਿਹੜੀਆਂ ਪਰਿਕਰਮਾ ਕਰਦੀਆਂ ਨੇ ਬਾਹਰਲੀ ਸਾਈਡ ਤੋਂ
वो कुर्सी गुरु साहब ने बड़े सोहने ढंग नाल जिहड़ी बनवाई। मैं न चाहुंदे सते एक समान, हर मंदिर रच लीन महान। ਜਿਹੜੀਆਂ ਬਾਹਰਲੀਆਂ ਪ੍ਰਕਰਮਾਂ ਨੇ ਚਾਰੇ ਪਾਸੋਂ ਮਿੰਤੀ ਕਰਕੇ ਬਿਲਕੁਲ ਬਰਾਬਰ ਰੱਖੀਆਂ, ਕਿਸੇ ਪਾਸੋਂ ਵੀ 1 ਇੰਚ ਘੱਟ ਜਾਂ ਵੱਧ ਨਹੀਂ। ਬੜੇ ਸੋਹਣੇ ਢੰਗ ਦੇ ਨਾਲ ਹਰਿਮੰਦਰ ਸਾਹਿਬ ਦੀ ਚਨਾਈ ਜਿਹੜੀ ਕੁਰਸੀ ਤੋਂ ਉੱਤੋਂ ਸ਼ੁਰੂ ਹੋ ਗਈ। ਚੌਂਤਰ ਪਾਰ ਕਰ ਕਰ ਇੱਕ ਛਾਤ, ਕਰ ਹਰ ਪੌੜ ਛਾਤ ਤਿਸ ਭਾਂਤ। ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਰੱਖੇ, ਚਨਾਈ ਕਰਕੇ ਚਾਰੇ ਦਰਵਾਜ਼ਿਆਂ ਦੇ ਉੱਪਰਲੀ ਸਾਈਡ 'ਤੇ ਦਰਵਾਜ਼ਿਆਂ ਦੇ ਉੱਤੇ ਇੱਕ ਛੱਤ ਪਾਈ ਗਈ, ਜਿਵੇਂ ਆਪ ਜੀ ਆ ਗੁਰੂ ਘਰ ਦੇ ਵਿੱਚ ਦੇਖ ਰਹੇ ਹੋ। ਜਿਹੜੀਆਂ ਅੰਦਰਲੀਆਂ ਪ੍ਰਕਰਮਾਂ ਨੇ ਉੱਤੇ ਦਰਵਾਜ਼ਿਆਂ ਦੇ ਉੱਤੇ ਛੱਤ ਪਾਈ ਗਈ, 4 ਸਪੇਰੇ ਛੱਤ ਹੈ। ਦੁੱਤੇ ਛਾਤ ਲੱਗ ਜਬੇ ਉਸਾਰਾ, ਵਿੱਚ ਹਰਿਮੰਦਰ ਕੋ ਥਲ ਸਾਰਾ। ਉਸ ਤੋਂ ਉੱਤੇ ਫਿਰ ਜਿਹੜੀ ਦੂਜੀ ਛੱਤ ਪਾਉਣੀ, ਉੱਥੋਂ ਤੱਕ ਸਾਰੀ ਜਦੋਂ ਉਸਾਰੀ ਕੀਤੀ ਗਈ ਕਿ ਜਿੰਦੇ ਵਿੱਚ ਹਰਿਮੰਦਰ ਸਾਹਿਬ ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੋਣਾ ਹੈ, ਉਹ ਥਾਂ ਐਨ ਬਿਲਕੁਲ ਵਿਚਕਾਰ ਹੈ। ਔਰ ਦੂਜੀ ਛੱਤ ਤੱਕ ਉੱਤੋਂ ਤੱਕ ਚਨਾਈ ਕੀਤੀ ਗਈ। ਪਏ ਚੁਗਿਰਦੇ ਦੋਏ ਦੋਏ ਛਾਤ, ਕਰੇ ਬੀਚ ਤੇ ਇੱਕ ਸੁਹਾਤ। ਚੁਗਿਰਦੇ 4 ਸਪੇਰੇ 2-2 ਛੱਤਾਂ ਹੋ ਗਈਆਂ, ਕਿਉਂਕਿ ਇੱਕ ਛੱਤ ਦਰਵਾਜ਼ਿਆਂ ਦੇ ਉੱਤੇ ਹੈ ਤੇ ਦੂਸਰੀ ਛੱਤ ਜਿਹੜੀ ਵਿਚਕਾਰ ਉੱਤੇ ਹੈ। ਉੱਪਰ ਤੇ ਪੁੰਨ ਸਮ ਕਰ ਦਿਓ, ਇੱਕ ਛਾਤ 2 ਛਾਤ ਮਿਲਿਓ। ਕਹਿੰਦੇ ਉੱਤੋਂ ਬਿਲਕੁਲ ਮਿਲਾ ਦਿੱਤੀਆਂ ਦੋਵੇਂ ਛੱਤਾਂ, ਜਿਵੇਂ ਵੇਖਣ ਨੂੰ ਲੱਗਦਾ ਹੈ ਇੱਕ ਛੱਤ ਹੈ, ਪਰ ਥੱਲੇ ਦਰਵਾਜ਼ਿਆਂ ਵਾਲੀ ਵੱਖਰੀ ਹੈ, ਉੱਤੇ ਵਾਲੀ ਵੱਖਰੀ ਹੈ। ਇਹ ਛੱਤ ਉੱਤੋਂ ਮਿਲਾ ਦਿੱਤੀ, ਬਰਾਬਰ ਕਰ ਦਿੱਤੀ। ਤਿਮ ਹਰ ਪੌੜ ਦੁਸ਼ਾਤ ਜੋ ਹੋਈ, ਉੱਪਰ ਮਿਲਿਓ ਕਿਉ ਸਮਸੋਈ। ਇਸੇ ਤਰ੍ਹਾਂ ਜਿਹੜੀਆਂ ਹਰੇਕ ਹਰ ਦੀਆਂ ਪੌੜੀਆਂ ਨੇ, ਪੌੜੀਆਂ ਦੇ ਛੱਤਾਂ ਵੀ 2 ਛੱਤਾਂ ਇਸੇ ਤਰ੍ਹਾਂ ਉੱਤੋਂ ਤੱਕ ਮਿਲਾ ਦਿੱਤੀਆਂ, ਬਰਾਬਰ ਕਰ ਦਿੱਤੀਆਂ। ਤੇ ਸਮਾਨ ਥਲ ਜਬੇ ਬਣਾਇਓ, ਕਰ ਬੰਗਲਾ ਉਰਦ ਉਠਾਇਓ। ਕਹਿੰਦੇ ਸਤਿਗੁਰੂ ਜੀ ਨੇ ਜਦੋਂ ਉਹ ਸਥਾਨ ਬਣਾਇਆ ਹੈ, ਉੱਪਰਲੀ ਛੱਤ ਪਾਈ ਗਈ ਹੈ, ਇਹਦੇ ਉੱਤੋਂ ਬੰਗਲਾ ਦਾ ਅਰਥ ਹੈ ਕਿ ਜਿਹੜਾ ਗੁੰਮਤ ਹੈ। ਛੱਤ ਪਾਉਣ ਤੋਂ ਬਾਅਦ ਉੱਤੇ ਗੁੰਮਤ ਬਣਾਇਆ, ਗੁੰਮਤ ਦੀ ਉਸਾਰੀ ਸ਼ੁਰੂ ਕੀਤੀ। ਔਰ ਗੁੰਮਤ ਦੀ ਉਸਾਰੀ ਇਸ ਤਰ੍ਹਾਂ ਨਹੀਂ ਕਿ ਇਕੱਲਾ ਗੁੰਮਤ ਬਣਾਇਆ ਹੈ, ਉਹਦੇ ਵਿੱਚ ਇੱਕ ਹੋਰ ਕਮਰਾ ਬਣਾਇਆ ਗਿਆ ਹੈ। ਉਹ ਕਮਰਾ ਬਣਾ ਕੇ ਕਮਰੇ ਦੇ 4 ਸਪੇਰੇ ਉਹਨੂੰ ਗੋਲ ਕੀਤਾ ਗਿਆ, ਔਰ ਉਸ ਗੁੰਮਤ ਦੇ ਵਿੱਚ 4 ਦਰਵਾਜ਼ੇ ਰੱਖੇ ਗਏ। ਆਪ ਜੀ ਨੇ ਦਰਸ਼ਨ ਕੀਤੇ ਹੋਣਗੇ। ਗੁੰਮਤ ਦੇ ਵਿੱਚ 4 ਦਰਵਾਜ਼ੇ ਰੱਖੇ ਗਏ। ਬੜਾ ਸੋਹਣਾ ਗੁੰਮਤ ਉੱਤੇ ਤਿਆਰ ਕਰਦੇ ਨੇ। ਢਾਲ ਮਸਾਲੇ ਮੋਲ ਵਿਸਾਲੇ, ਚੂਨੋ ਸੁਖਮ ਪੀਸ ਖਰਾਲੇ। ਔਰ ਕਿਉਂਕਿ ਜਿਹੜਾ ਗੁੰਮਜ ਤਿਆਰ ਹੋਣਾ ਇਹਦੇ ਵਿੱਚ ਚੂਨਾ ਜਿਹੜਾ ਬਹੁਤ ਬਰੀਕ ਔਰ ਕੋਈ ਖਾਸ ਕਿਸਮ ਦੇ ਜਿਹੜੇ ਮਸਾਲੇ ਪਾਏ ਜਾਂਦੇ ਨੇ, ਉਹ ਪੀ ਪੀ ਕੇ ਸਾਰੇ ਪਾਏ। ਸਿਰ ਪਾਰ ਧਰ ਧਰ ਲੈ ਕਰ ਜਾਵੇਂ, ਹਰ ਮੰਦਰ ਕੇ ਸਿਖਰ ਪੁਚਾਵੇਂ। ਗੁਰੂ ਕੇ ਸਿੱਖ, ਗੁਰੂ ਕੀਆਂ ਸੰਗਤਾਂ, ਇਹ ਪੀਸਾ ਹੋਇਆ ਬਰੀਕ ਚੂਨਾ, ਬਹੁਤ ਸਾਰੇ ਮਸਾਲੇ ਸਿਰਾਂ 'ਤੇ ਚੁੱਕਦੀਆਂ ਨੇ ਔਰ ਉੱਤੇ ਸਿਰੇ ਤੱਕ ਛੱਤ ਦੇ ਉੱਤੇ ਲੈ ਕੇ ਜਾਂਦੀਆਂ ਨੇ, ਜਿੱਥੇ ਗੁੰਮਜ ਤਿਆਰ ਹੋ ਰਿਹਾ ਹੈ। ਕਰੇ ਏਂਟਕਾ ਧਰੇ ਬਣਾਈ, ਪਾਵੇ ਚਾਰੋ ਉਰਦ ਉਠਾਈ। ਸਿੱਖ ਇੱਟਾਂ ਲੈ ਕੇ ਆਉਂਦੇ ਨੇ, 4 ਸਪੇਰੇ ਬੜੇ ਢੰਗ ਦੇ ਨਾਲ ਇੱਟਾਂ ਲਾਉਂਦੇ ਨੇ, ਰੱਖਦੇ ਨੇ। ਮਿਸਤਰੀ ਚੰਗੀ ਤਰ੍ਹਾਂ ਘੜ ਘੜ ਕੇ ਇੱਟਾਂ ਲਾਉਂਦੇ ਨੇ। ਚਾਰੇ ਪਾਸੇ ਜਿਹੜੇ ਨੇ ਉੱਚੇ ਚੁੱਕੇ, ਚਾਰੋਂ ਪਾਵੇ ਚਾਰੋਂ ਉਰਦ ਉਠਾਈ। ਚਾਰੇ ਪਾਵੇ ਚਾਰੇ ਪਾਸੇ ਉੱਤੇ ਚੁੱਕੇ ਗਏ ਜਿਹੜੇ ਗੁੰਮਚ ਵਾਲੇ ਨੇ। ਕਾਲ ਬੂਤ ਉੱਪਰ ਪੁਣ ਕਰੇ, 4 ਉਤਾਰ ਚੂਨੇ ਯੁੱਤ ਜਰੇ। ਢਾਟ ਲਾ ਕੇ ਉਸੇ ਤਰ੍ਹਾਂ ਦਰਵਾਜ਼ਿਆਂ ਦੇ ਉੱਤੇ ਦਰਵਾਜ਼ੇ ਖੜੇ ਕੀਤੇ, ਲੱਕੜ ਨਹੀਂ ਲਾਈ, ਉੱਥੇ ਡਾਟ ਲਾ ਦਿੱਤੀ ਜਿੱਥੇ ਦਰਵਾਜ਼ਾ ਹੈ। ਡਾਟ ਲਾ ਕੇ 4 ਦਰਵਾਜ਼ਿਆਂ ਦੇ ਉੱਤੇ ਉਸੇ ਤਰ੍ਹਾਂ ਛੱਤ ਪਾਈ ਗਈ। ਪੁਨ ਉੱਪਰ ਕੋ ਮੰਡਪ ਹੋਏ, ਚਾਹੋ ਖੂਟਣ ਚਾਹੋ ਕਲਸ ਪੁਰੋਏ। ਫਿਰ ਉੱਪਰ ਵੱਲ ਵਿਚਕਾਰਲਾ ਜਿਹੜਾ ਵੱਡਾ ਗੁੰਮਤ ਹੈ, ਜਦੋਂ ਉਹ ਚੁੱਕਿਆ ਗਿਆ, ਉਹਦੇ 4 ਸਪੇਰੇ 4 ਨੁੱਕਰਾਂ 'ਤੇ
चार कोणा ते इत्थे चार कलश तो भाव के चार गुम्मत छोटे छोटे होर तैयार किए गए। लगो लगो कलश चो गिरदे करे, चामी करके दीपक करे। कहते छोटे छोटे चार गुम्मत चार सफेरे वो बना दिते। और सतगुरु जी कृपा करते हैं, नाले बख्शिश करके कह रहे हैं आने वाले समय 'च सारे सोने के नाल जड़े हुए चमकणगे। ऊंचो कलश बीच को होवा, चाहुंदे सो दूर दूर लग जोवा। जेड़ा विचकारला मेन गुम्मच है, वड्डा गुम्मच है, वो जदों तैयार होया बहुत उच्चा बहुत वड्डा, और दूर दूर तो वो कलश वो गुम्मच जेड़ा नज़र आउंदा सी। भयो संपूर्ण श्री हरमंदर, जे संसर ना अपर जगे अंदर। कहते भावें कवि संतोख सिंह ने समा नहीं लिखिया, क्योंकि साल लगे होणगे ਜਿਹੜੇ ढंग ਦੇ ਨਾਲ ਜਿਹੜੀ ਬਰੀਕੀ ਦੇ ਨਾਲ ਤਿਆਰ ਹੋਇਆ। हरमंदर साहब संपूर्ण हो गया, इमारत ਜਿਹੜੀ संपूर्ण हो गई। और जे संसर ना अपर जागे अंदर, वो हरमंदर साहब तैयार होया कि जिंदे वर्गा जिंदे बराबर का कोई दूसरा मंदिर, कोई दूसरा घर, कोई इमारत इवें दी पूरे संसार दे विच नहीं कि जिहड़ा धन गुरु अर्जन देव महाराज जी ने आप कोल खलो के तैयार करवाया है। मद छात चहुंदे समहता, रचे दरिचे सुंदर महा। मद छत जिहड़ी विचली छत है, विचकारली छत, विचकारली मंजिल, उस मंजिल ते बड़ियां सोहणियां गुरु साहब ने चारे पासे बारियां भी रखाइयां ने। जिथे चार दरवाजे ने, चार बारियां भी चारे पासे रखाइयां ने। खष्ट रुतन मह सब समुदाय, लगे पवन पश्चिम पुरवाई। ये बारियां जिहड़ियां 6 रुतां ने, 6 रुतां दे विच सुखदाई ने। पश्चिम वाले पासों पूरे वाले पासों हवा जिहड़ी बिल्कुल उस तरह की आउंदी है, अनुकूल हवा, उस तरह उस हिसाब नाल बारियां रखाइयां गईयां। जह ग्रीखम मह शेर शवैद न जोवै, हिमरुत मह पालो न होवै। और धन गुरु अर्जन देव महाराज जी, क्योंकि वो तो आप परमेश्वर ने, और आप जी ने प्रसंग भी पिछे श्रवण किया सी, रब वाहिगुरु आप आए सन, सारा नक्शा आप समझाया है। और जदों कदे वेखिए बने हुए नूं फिर नक्शा नवीश भावें बड़े ने, पर इत्थे धन गुरु अर्जन देव महाराज जी नूं धन ही कहना बनता कि खिड़कियां जिहड़ियां ने, दरवाजे ने, खिड़कियां वो इस हिसाब के नाल रखे ने कि 6 रुतां दे अनुकूल ने। जे गर्मी होवे, गर्मी दे विच बहुती उत्थे अंदर धुप नहीं जाती। हिम रुत मह पालो न होवे, जे सर्दी की रुत होवे बारियां भावें खुलियां भी होण, पर अंदर बहुती हवा भी नहीं जाती, बहुती ठंड भी नहीं जाती। बरखा मह बड़ होत बहार, बिन करदम ते सुंदर बार। कहते वरखा रुत होवे तो होर सोहनी बहार बनती है, अंदर वाछड़ पानी नहीं जाता, अंदर उस तरह थोड़ी थोड़ी हवा जाती है। जड़ियाँ बारियां बनाइया ने, जड़ा हरमंदर साहब जिन्ना भी इमारत तैयार की गई, कवि संतोख सिंह जी लिखते हैं बिन करदम के सुंदर बार। इहदे विच किते भी गारे की कच्ची मिट्टी की वरतों नहीं की गई। बड़े सोहने ढंग नाल चूने नूं बरीक करके मसाले पी के बड़ा मजबूत बनाया गया। चहुंदिस दृष्ट नेर पर परै, मेघ धार बिन मल ते भरै। ते विचकारली मंजिल ते विच बैठ के जदों देखिए, दरवाजे ने, बारियां ने, चारे पासे नज़र जाती है कि अमृत सरोवर जिहड़ा बदल के पानी नाल जिंदे च जल भरिया बिल्कुल निर्मल है, वो चारे पासों नज़र आता है। जगत मझार न ऐसे कोई, मंदिर दिखत आनंद ना होई। धन गुरु अर्जन देव महाराज जी प्रसन्न हो के कहते हैं कि भाई से कोई हरि का मंदिर तैयार होया है, और पूरे संसार विच तिन्ना लोकां दे विच ऐसा मंदिर किते दिखाई नहीं देता, ना हो सकता है।
ਮੰਦਰ ਬਣੇ ਹੋਣਗੇ, ਘਰ ਬਿਲਡਿੰਗਾਂ ਇਮਾਰਤਾਂ ਬੜੀਆਂ ਸੋਹਣੀਆਂ ਭਾਵੇਂ ਬਣੀਆਂ ਹੋਣਗੀਆਂ, ਪਰ ਕਹਿੰਦੇ ਮੰਦਰ ਦਿਖਤ ਆਨੰਦ ਨਾ ਹੋਈ। ਪਰ ਉਹਨਾਂ ਮੰਦਰਾਂ ਵਿੱਚ ਇਵੇਂ ਦਾ ਆਨੰਦ ਨਹੀਂ ਹੋਣਾ। ਔਰ ਆਪ ਜੇ ਜਾਣਦੇ ਹੋ, ਭਾਵੇਂ ਬਾਅਦ ਵਿੱਚ ਕਈਆਂ ਨੇ ਇਹ ਯਤਨ ਕੀਤਾ ਵੀ ਹਰਿਮੰਦਰ ਸਾਹਿਬ ਵਰਗੀ ਬਿਲਡਿੰਗ ਹੋਰ ਬਣਾਉਣ ਦਾ, ਬਣਾਈ ਵੀ ਗਈ ਇੱਥੋਂ ਤੱਕ, ਪ੍ਰਿਥਵੀ ਨੇ ਆਪ ਬਣਵਾਈ ਸੀ। ਪਰ ਉਹ ਬਿਲਡਿੰਗ ਤੇ ਬਣਾ ਲੋਗੇ, ਬਾਅਦ ਵਿੱਚ ਵੀ ਲੋਕਾਂ ਨੇ ਬੜਾ ਯਤਨ ਕੀਤਾ ਹੋਏਗਾ। ਪਰ ਉਹ ਜਿਹੜੀ ਕਿਰਪਾ ਹੈ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਜਿੱਥੇ ਧੰਨ ਗੁਰੂ ਰਾਮਦਾਸ ਜੀ ਆਪ ਕਿਰਪਾ ਕਰਕੇ ਗਏ ਨੇ, ਉਹ ਕਿਰਪਾ ਤੇ ਉਹ ਆਨੰਦ ਹੋਰ ਕਿੱਥੋਂ ਆਏਗਾ, ਉਹ ਕਿੱਥੋਂ ਲੈ ਕੇ ਆਓਗੇ। ਚਤ੍ਰਿਤ ਚਾਮਿਕ ਰਤੇ ਚਾਰ, ਚਾਰ ਔਰ ਮਹਿ ਚਮਕ ਨਿਹਾਰ। ਭਾਵੇਂ ਦਰਵਾਜ਼ੇ ਨੂੰ ਸੋਨਾ ਉਦੋਂ ਤਾਂ ਨਹੀਂ ਸੀ ਲੱਗਿਆ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਹਰਿਮੰਦਰ ਸੋਹਣਾ ਹੈ, ਹਰਿਮੰਦਰ ਸੋਹਣਾ, ਤਿਸ ਮੈਂ ਮਾਣਕ ਲਾਲ। ਆਉਣ ਵਾਲੇ ਸਮੇਂ 'ਚ ਕੀਮਤੀ ਮਾਣਕ ਇਹਦੇ ਵਿੱਚ ਬਾਹਰੋਂ ਵੀ ਲਾਏ ਜਾਣਗੇ, ਅੰਦਰ ਤੇ ਕੀਮਤੀ ਮਾਣਕ ਹੈ ਹੀ। ਔਰ ਕੀਮਤੀ ਮਾਣਕ ਕਿਹੜੇ ਨੇ? ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ, ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸੇ ਹੋਏ ਗੁਣ, ਪ੍ਰਭੂ ਦੇ, ਰੱਬ ਦੇ ਸਿਫਤ ਜਿਹੜੀ ਹੈ, ਉਹ ਸਾਰੇ ਕੀਮਤੀ ਲਾਲ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਆਉਣ ਵਾਲੇ ਸਮੇਂ 'ਚ ਇਹ ਦਰਵਾਜ਼ੇ ਚਿਤਰਤ ਚਾਮਿਕ ਰਤੇ ਚਾਰ, ਇਹ ਸੋਹਣੀ ਇਹਦੇ ਰਚਨਾ ਹੋਵੇਗੀ, ਸੋਹਣੇ ਇਹਦੇ ਤੇ ਸੋਨਾ ਚੜ੍ਹੇਗਾ, ਸਾਰੇ ਇਹ ਸੋਨੇ ਦੇ ਨਾਲ ਸਾਰੇ ਚਮਕੇਗਾ, ਇਕੱਲੇ ਦਰਵਾਜ਼ੇ ਹੀ ਨਹੀਂ। ਚਾਰ ਪਦਾਰਥ ਕੋ ਦਾਤਾਰ, ਚਾਰ ਵਰਣ ਕੋ ਜਹਾਂ ਉਚਾਰ। ਕਹਿੰਦੇ ਇੱਥੇ ਚਾਰੇ ਪਦਾਰਥਾਂ ਦਾ ਮਾਲਕ ਰੱਬ ਪਰਮੇਸ਼ਰ ਆਪ ਰਹੇਗਾ, ਚਾਰੇ ਪਦਾਰਥਾਂ ਦਾ ਦਾਤਾ ਹੋਏਗਾ। ਜਿਹੜਾ ਚਾਰ ਵਰਣ ਕੋ ਜਹਾਂ ਉਚਾਰ, ਕਿ ਚਾਰੇ ਵਰਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਉਚਾਰਨ ਕਰੇਗਾ ਵਾਹਿਗੁਰੂ, ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਵੈਸ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਕੋਈ ਹੋਵੇ, ਜਿਹੜਾ ਉਚਾਰਨ ਕਰੇਗਾ ਵਾਹਿਗੁਰੂ। ਸਤਿਗੁਰੂ ਜੀ ਕਹਿੰਦੇ ਨੇ, ਚਾਰ ਵਰਣ ਜਹੈ ਬੰਧਨ ਧਾਰ, ਚਾਰ ਵਰਣ ਦਿਵਤੇ ਦੁਤਵਾਰ। ਚਾਰੇ ਵਰਨਾ ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਇੱਥੇ ਸਾਂਝੇ ਵਾਲ ਦਾ ਉਪਦੇਸ਼ ਜਿੱਥੇ ਦਿੱਤਾ ਗਿਆ ਹੈ, ਚਾਰਾਂ ਵਿੱਚੋਂ ਜਾਂ ਕਿਸੇ ਵੀ ਮਜ਼ਹਬ ਵਿੱਚੋਂ ਮੰਨਣ ਵਾਲਾ ਵਾਹਿਗੁਰੂ ਕਹਿ ਕੇ ਸਤਿਕਾਰ ਦੇ ਨਾਲ ਇੱਥੇ ਆ ਕੇ ਜਿਹੜਾ ਨਮਸਕਾਰ ਕਰੇਗਾ। ਚਾਰ ਚੱਕਰ ਮਹਿ ਬਿਦਤ ਉਧਾਰ, ਚਾਰ ਮੁਖ ਠਾਂਡੇ ਦਰਬਾਰ। ਜਿੱਥੇ ਚਾਰੇ ਵਰਨਾਂ ਦੇ ਆ ਕੇ ਲੋਕ ਝੁਕਣਗੇ, ਨਮਸਕਾਰਾਂ ਕਰਨਗੇ, ਜਿੱਥੇ ਉਹਨਾਂ ਦਾ ਲੋਕ ਸੁਖਿਆ ਤੇ ਪਰਲੋਕ ਸੁਹੇਲਾ ਹੋਏਗਾ, ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਗੁਰੂ ਕਾ ਘਰ, ਇਹ ਹਰੀ ਕਾ ਮੰਦਰ, ਚਾਰ ਮੁਕਤੀਆਂ ਵੀ ਬਖਸ਼ਿਸ਼ ਕਰੇਗਾ। ਇੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਸ ਹਰਿਮੰਦਰ ਸਾਹਿਬ ਦੀ ਮਹਿਮਾ ਕਰਕੇ ਕਹਿੰਦੇ ਨੇ ਕਿ ਇਹ ਉਹ ਦਰਬਾਰ ਹੈ ਕਿ ਜਿੱਥੇ ਜਿਹੜਾ ਭਾਵੇਂ ਮੁਰਝਾਇਆ ਹੋਇਆ ਵੀ ਆਵੇਗਾ, ਜਿਹਨੂੰ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਖੈਰ ਨਹੀਂ ਮਿਲੇਗੀ, ਔਰ ਜਿਹੜਾ ਇੱਥੇ ਝੋਲੀ ਅੱਡ ਕੇ ਭਾਵਨਾ ਨਾਲ ਆਵੇਗਾ, ਉਹਦੀ ਝੋਲੀ ਭਰੀ ਜਾਏਗੀ। ਦਰਸ਼ਨੀਐ ਜੋ ਆਸ਼ਰਮ ਚਾਰ, ਚਾਰ ਵੇਦ ਜਹ ਸਾਰ ਉਚਾਰ। ਜਿੱਥੇ ਚਾਰ ਆਸ਼ਰਮ ਮੰਨੇ ਗਏ, ਗ੍ਰਸਥ, ਬਾਣ, ਪ੍ਰਸਥ, ਸੰਨਿਆਸ, ਇਹ ਚਾਰ ਆਸ਼ਰਮ ਨੇ ਜੀ। ਜਿੱਥੇ ਚਾਰ ਆਸ਼ਰਮ ਨੇ, ਚਾਰ ਵੇਦ ਨੇ, ਉਹ ਸਾਰੇ ਇਸ ਹਰਿਮੰਦਰ ਦੀ ਮਹਿਮਾ, ਇਹਦੀ ਸ਼ੋਭਾ, ਇਹਦੀ ਵਡਿਆਈ ਗਾਉਣਗੇ। ਚਾਰ ਦਿਸ਼ਾ ਮੈਂ ਚਾਰੋਂ ਦੁਆਰ, ਸਰਵਨਾਦਿਕ ਸਾਧਨ ਜਹ ਟਾਰ। ਔਰ ਸਤਿਗੁਰੂ ਕਹਿੰਦੇ ਨੇ, ਭਾਈ ਇਸੇ ਕਰਕੇ ਇਸ ਹਰੀ ਦੇ ਮੰਦਰ ਦੇ ਚਾਰੇ ਦਿਸ਼ਾਵਾਂ 'ਚ ਚਾਰ ਦਰਵਾਜ਼ੇ ਰੱਖੇ ਗਏ ਨੇ। ਜਿੱਥੇ ਖੱਤਰੀ, ਬ੍ਰਾਹਮਣ, ਸੂਦ, ਵੈਸ ਕਿਹਾ, ਉੱਥੇ ਚਾਰ ਆਸ਼ਰਮ ਨੇ। ਇੱਥੇ ਬ੍ਰਹਮਚਰਜ ਵਾਲੇ ਆਉਣ, ਗ੍ਰਸਥ ਵਾਲੇ ਆਉਣ, ਬਾਣ ਪ੍ਰਸਥ ਵਾਲੇ ਆਉਣ, ਇੱਥੇ ਸੰਨਿਆਸ ਵਾਲੇ ਆਉਣ। ਇੱਥੇ ਕਿਸੇ ਨੂੰ ਰੋਕਿਆ ਨਹੀਂ ਜਾਣਾ। ਇਹ ਦਰਵਾਜ਼ਾ ਉਹੀ ਹੈ, ਇਹ ਘਰ ਉਹੀ ਹੈ, ਆਉਣ ਦਾ ਰਸਤਾ ਇੱਕੋ ਹੈ, ਦਰਵਾਜ਼ੇ ਚਾਰ ਨੇ। ਦਰਸ਼ਨੀ ਦਿਉੜੀ ਵਾਲਾ ਦਰਵਾਜ਼ਾ ਇੱਕੋ ਹੀ ਨਹੀਂ ਜੀ, ਪੁਲ ਇੱਕੋ ਹੀ ਹੈ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਬਾਹਰਲੇ ਜਿਹੜੇ ਦਰਵਾਜ਼ੇ ਨੇ ਉਹ ਵੀ ਚਾਰ ਬਣਾਏ। ਚਾਰੇ ਦਿਸ਼ਾਵਾਂ 'ਚੋਂ ਚਾਰ ਦਰਵਾਜ਼ੇ, ਕੋਈ ਵੀ ਆਵੇ,
और सतगुरु इत्थे कृपा करके बख्शिश करते हैं कि श्री अर्जन ठांडे बिच होए कीन आनंद बिलंदा जोए। धन गुरु अर्जन देव महाराज इस हरमंदर साहब की विचली छत के उत्ते खड़े ने, नाल सिख ने नाल संगतां ने। जिथे सतगुरु जी बड़े आनंद विच ने उत्थे बचन कह के हरमंदर साहब की महिमा गा गा के सुनाते हैं कि जिठे सभे थाम नहीं तुद जिहिया, इनदे वर्गा ना किते है ना होवेगा। उत्थे सतगुरु जी आनंद विच ने, सिख आनंद विच ने कि अज हरमंदर साहब की उसारी जिहड़ी हरमंदर साहब पूरी तरह तैयार हो गया है। श्री करतार सिफत को करें सर को बीच महात्म धरें। धन गुरु अर्जन देव महाराज जी जिथे उस अकाल पुरख वाहिगुरु की सिफत करते हैं, उत्थे जिथे हरमंदर साहब की सिफत करते हैं, उत्थे सर को बीच महात्म धरें। इस अमृत सरोवर की भी सिफत गायन करते हैं। हर मंदिर की महिमा गावें सुंदर शब्द बलोक बनावें। धन गुरु अर्जन देव महाराज उत्थे खलो के जिथे हरमंदर साहब की महिमा गाउंदे ने, बड़े सोहने शब्द बना के उच्चारण करते हैं कि प्रभ हरमंदर सोहना तिस मैं मानक लाल। अजिहे बेनती शब्द ने कि जिथे गुरु साहब जी कहते ने रामदास सरोवर नाते सब लाथे पाप कमाते। कथा ते बचन हुंदा रामदास सरोवर नाते सब उतरे पाप कमाते। सतगुरु जी इस तरह की सोहने सलोक बना के शब्द उच्चारण करके संगतां नूं सुना के इस हरमंदर ते अमृत सरोवर की महिमा गाउंदे ने। सुन सुन संगत शरदा धरै सर मंजे अभिनंदन ररै। और गुरु साहिब जी तो इस हरमंदर के अमृत सरोवर की ये महिमा सुन सुन के सिखां दे अंदर शरधा ते भावना होर वधदी है। बड़े चाह दे नाल शरधा नाल सरोवर दे विच इशनान करते हैं, आके धन गुरु अर्जन देव महाराज जी के चरणों च नमस्कार करते हैं। सर करबे मैं काली काल हरमंदर के सेव विशाल। हुण इत्थे सतगुरु जी कृपा कर लगे ने भाई जिन्हां सिखां ने, जिन्हां सेवकां ने ਜਿਹੜੇ ਜਿਹੜੇ ਭਾਵਨਾ ਦੇ ਨਾਲ ਘਾਲਣਾ ਘਾਲੀ ਤੇ ਸਭ ਨੇ ਸੇਵਾ ਤੇ ਬਹੁਤ ਕੀਤੀ ਕਿ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਵਿੱਚ ਸੇਵਾ ਕੀਤੀ, ਅੰਮ੍ਰਿਤ ਸਰੋਵਰ ਦੀ ਉਸਾਰੀ ਵਿੱਚ ਸੇਵਾ ਕੀਤੀ, ਪੌੜੀਆਂ ਪੱਕੀਆਂ ਬਣਾਉਣ ਦੇ ਵਿੱਚ ਸੇਵਾ ਕੀਤੀ। ਕਿਰਪਾ ਦ੍ਰਿਸ਼ਟ ਤਿਨ ਪਰ ਪੁਣ ਕਰਕੇ ਨਿਕਟ ਆਵਾਹਨ ਕਰੇ ਸਿਮਰ ਕੇ। ਸੇਵਾ ਭਾਵੇਂ ਉੱਥੇ ਹਜ਼ਾਰਾਂ ਸਿੱਖਾਂ ਨੇ ਕੀਤੀ। संगत अज भी बहुत सारे कीर्तन होंदे ने, रहन सबाई कीर्तन हज़ारां की गिनती होंदी है, पर उन्हां हज़ारां दे विचों भावना वाला कोई एक दे हुंदा है। पर उदों सतगुरु की कृपा से बहुत सारे सिख सन जिन्हां ने पूरे निष्काम हो के कोई कामना रख के पर प्रेम दे नाल सेवा की। गुरु साहिब जी ने उन्होंने सारे नूं अपने कोल बुलाया है, उन्होंने याद करते हैं भाई सेवा तुसीं बड़ी की। बख्शिश बख्शण करण निहाल लिए बुलाए सिख तत्काल। अज धन गुरु अर्जन देव महाराज जी बड़े प्रसन्न ने। हरमंदर साहब पूरी तरह बन के तैयार हो गया। धन गुरु अर्जन देव महाराज जी उन्हें घालण वाले सिखां नूं कोल बुलाया है। आज उन्होंने ते बख्शिश करन लगे ने, बख्शिश करके उन्होंने निहाल करना है। भगतो आदक जे निष्काम आठ जाम सिमरत जे नाम। उथे भाई भगतू जी, उथे भाई अजब जी, भाई अजायब जी, भाई बहलू जी बड़े ने कि जिन्होंने गुरु साहब ने बुलाया, जेड़े कल्ले सेवा ही नहीं करते, कला सिमरन ही नहीं करते। कहते भगतो आदक जे निष्काम, जेड़े निष्काम कल्ले सेवा नहीं करते, नाल आठ जाम सिमरत जे नाम। अठे पैर नाम सिमरते ने। हुण अठ पैर तो आप जी जानते हो ना, चार पैर रात ते चार पैर दिन, तो आप क्यों कोई सुनते नहीं सन। शरीर का धर्म है भाई, सौना तो सब नूं पैंदा ही है। घट्टो घट्ट नहीं तो जिन्ना इन्नी सेवा करनी, घालनी 6 घंटे, तो उन्होंने आराम जरूरी है।
पर कवि संतोख सिंह जी लिखते हैं 8 पैर जपते ने जपया जा सकता जी। ये तो आपां भी जानते कि शाम को सौण तो पहलों जिवें दा ध्यान होवे, जिवें दे बिरते लैके कुछ होवे, सुत्या पिया सारा कुछ उही चलता है। और गुरु साहब ने तो पावन बचन कहे ने कि जिन्हां दे अंदर फिर सिमरन चल जाए ना, फिर केवल चौंकड़ा मार के नहीं बैठते। और वो सिख तो चौंकड़ा मारन का समय नहीं मिलता होना, सारा दिन टोकरी चुकते सन। उत्थे सतगुरु जी बचन करते हैं, सो उठत बैठत सोवत जागत सदा सदा हर ध्याइए। जो गुरु साहब ने हुक्म किया उस सिखा ने फिर ध्याया भी, सुत्या पिया भी जपिया। बरं बरं ब्रूह सबन सो कहियो, लेहो गुर घर ते जो उर चहियो। सारे सिख आके गुरु साहब ने बुलाया। धन गुरु अर्जन देव महाराज जी सारे नूं कहंदे ने कि भावें कोई निष्काम सेवा वाला है, भावें कोई कामना रख के आया है, उनकी कामना भी पूरी होएगी। भाई अज गुरु प्रसन्न ने, जो चाहते हो अज गुरु घर तो वो मंग लो, वो सब नूं मिलेगा। सावधान होए सेवक माए, तिसके अब लीजै बड़ियाई। सतगुरु कहते हैं भाई तुसी बड़े सावधान होकर सेवा कमाई है, बड़ी गलना काली है, हुण उनकी कुछ वडियाई भी ले लो। सबना हाथ जोर कर भाखा, गुरजे रहे नहीं अभिलाखा। और जेड़े है ही निष्काम सन, उन्होंने हाथ जोड़ के एको बेनती की, सतगुरु जी मंगण की अभिलाषा ही नहीं रही। तुसी कृपा पहलों की, एडी वड्डी दात दे दी, अंदरों मंगण वाली बिरती भी मार दी है, किसी तरह की मंग अंदर रही नहीं। चरण तुम्हारे उर मैं बसै, सत चित आनंद चित प्रकाशै। भाई भगतों जी हाथ जोड़ के कहते हैं सतगुरु जी बस एको ही मंग है कि इस तरह तुहाडे चरण हिरदे च वसे रहन। सच चित आनंद प्रभु परमात्मा रूप सतगुरु जी तुसी हमेशा हिरदे दे विच प्रकाश करते रहो। इस ते उत्तम अपर न कोई, रावर ते हम जाचै जो सोई। क्योंकि सतगुरु जी इस तो उत्तम, इस तो वड्डा, इस तो कीमती होर कुछ भी नहीं। नाम तो उत्ते की है, तुहाडे चरनां तो कीमती की है कि जिहड़ा असीं कुछ मंग लईए। और गुरु साहब जी कृपा भी करते, जिन्होंने समझ आ जाए, जिन्हों के अंदर ज्ञान आ जाए, वो फिर अपने गुरु तो मंगन लगे भी कहते हैं मैं क्या मांगू किस थिर ना रहाई। जे कुछ रहना ही नहीं मैं मंगा कि जे हुण तेरी शरण में आए, कृपा करो बस तू ही हिरदे च वस जा। अत प्रसन्न सुन कै गुर भये, सबन को ऊंचा पद दे। धन गुरु अर्जन देव महाराज जी अत दे प्रसन्न ने सब सिखां दे। और गुरु साहब ने सब सिखां नूं अपने वालों उच्चियां उच्चियां पदवियां उदों दित्तियां। जीवन मुक्त अवस्था कई, साहिब बुढ़ा संगत लही। कहते बाबा बुढ़ा साहब नूं पदवी दिंदे ने कि भाई बुढ़ा जी तुसीं ते जिउंदे मुक्त हो। जीवन मुक्त की पदवी बाबा बुढ़ा साहब नूं दित्ती। कहते ने तुसीं पहला भी सब दे लायक सी, अगे भी सारे दे लायक ते सारे दे पूजन योग होवोगे। हो तो प्रथम पे सब है लायक, तो बड़ाई अधिक सुभायक। तुहाडी वडियाई पहलों भी सी, सब दे लायक तुसीं पहलों भी सी, ते तुसीं अगे भी जुगां तक सब दे लायक रहना, भाव कि सब दे विच तुहाडी वडियाई होएगी। पुन पाए भगतों को दीन, जीवन मुक्त अवस्था लीन। भाई भगतों जी कहते सन सतगुरु जी तुहाडे चरनी हिरदे च वसे रहन, तुहाडा नाम ही वस जो होर कुछ नहीं चाहिए। धन गुरु अर्जन देव जी कहते हैं भाई भगतों जी तुसीं भी जिउंदे मुक्त हो। जीवन मुक्ति की अवस्था जिहड़ी है पदवी भाई भगतों नूं भी गुरु साहब जी दिंदे ने। और देखो गुरु के सिख ने मुक्त होना है, पर सानू मुक्ति ब्राह्मण वाली नहीं चाहिए। धन गुरु ग्रंथ साहब ने कृपा करके समझाया से जिउंदे मुक्त होना है।
क्योंकि जिहड़ी मुक्ति ब्राह्मण दिंदे ने मरण तो बाद भगतां ने तो कह दिता सी सानू चाहिदी नहीं, सानू लोड़ ही नहीं, क्योंकि लोड़ तो होने मुक्त तो होना है। काम तो, क्रोध तो, लोभ मोह हंकार झूठ निंदिया चुगली बड़ा कुछ है जिन्हों तो मुक्त होना है, जिन्हों ने बन के रखा है। और भगत नामदेव जी तो कहते ने मोए हुए जो मुक्त दे होंगे मुक्त न जाने कोई ना, वो किन्ने जानी मरण तो बाद वाली मुक्ति। धन गुरु अर्जन देव महाराज जी कहते ने भाई भगतू तुसी भी जिउंदे ही मुक्त हो। रह बिराड़ देश को जंगल तिन कुल को दैबे हित मंगल। सतगुरु जी भाई भगतू दे ने प्रसन्न नाले कहते ने कि भाई मालवे देश विच बराड़ कुल दे तेरे के पुत भी होणगे पुत्र भी होणगे, कला भाई भगतू तू नहीं। ये दुनिया दी खुशियां ते पदवियां अगे उन्होंने मिलणगे भाव सिख संगतां वल्लों, मान सन्मान अगे तेरे पुत्रां दा पोतरियां दा भी होएगा। संगत दए हुते जो आशीष नित प्रत माने सो उपदेश। सतगुरु कहते हैं भाई भगतू तुहानू पहलों भी संगत दिती है। भाई भगतू नू प्रचारक जो बनाया मसंद सन, संगत तुहानू पहलों भी दिती है। वो सारा मालवा देश जिहड़ा है जंगल देश है, भाई भगतू जी तुहानू मनदा है तो कला तुहानू ही नहीं। पुत्र पुत्र के मनता तैसे करत रहे श्री गुर कहन जैसे। अगे तुहाडे पुत्र पोतरियां दी मनता भी उभी होवेगी, पुत्र पोतरे भी गुरु की सिक्खी नूं इस तरह कमाउणगे, आग्या दे विच रहणगे। पुन पाए बहलो संग कहियो पूरो कामना जिम चित चहियो। कहते फिर सतगुरु धन गुरु अर्जन देव जी कहते हैं भाई बहलो। वैसे कुछ इतिहासकारों ने लिखा है कि गुरु साहब ने सब तो पहलों बख्शिश की भाई बहलो नूं है, कि भाई बहलो सब तो पहलों तुसी आओ। धन गुरु अर्जन देव जी कहते हैं भाई बहलो जी आ जाओ तुसी भी अगे आओ। और भाई बहलो जी आप जी जानते हो ना जी कौन है। जिन्नियां अमृत सरोवर दे विच इट्टां लगियां कली कली इट दे विच उन्हां दा योगदान है। हरमंदर साहब तैयार होया, जिन्ने आवे लाए गुरु साहब ने हुक्म किया सी भाई बहलो आवियां दे विच तुसीं खलोना है, सारियां दी देखभाल करनी है। एक तरह की जथेदारी दी सी, पर भाई बहलो ने जथेदारी बेशक निभाई पर हुक्म नहीं किया। आप अपने सिर ते टोकरी चुकी मझां दे गावां दे घोड़े खोते खच्चरा जिन्हां दे मिले जिथों जिथों मिली, नाल कुछ सिखां नूं भी लिया, उतों उतों मड़ी चुक के लियाए। सतगुरु कहते हैं भाई बहलो जी आओ पूरो कामना जिम चित चाहिए। अपनी कामना जिवें दे तुसीं मन च रखी है, जो कुछ चाहुंदे अज मंग लो। भयो ज्ञान तत्शन उर माही ब्रह्म बिना कुछ लखियत नाही। और जदों भाई बहलो जी कहते हैं सतगुरु जी बस तुहाडे चरण ही हिरदे च वस जाण, तुहाडा नाम ही वस जे। और धन गुरु अर्जन देव जी कहते भाई वो तो पहलू वसिया होया, बस बचन कहन की देर सी कि भाई बहलो जी ने पूरा तत्त क्षण उस वेले ज्ञान हो गया कि गुरु तो मेरे विच ते फर्क ही नहीं, रब तो मेरे विच ते फर्क ही नहीं। ये जिन्ना संसार है ये सारा ही रब का रूप है। कहते तत्त क्षण उस वेले ब्रह्म बिना कुछ लखीयत नहीं, सारा कुछ नज़र आता कि रब तो बिना तो कुछ भी नहीं। क्योंकि भुलेखा ही है ना कि मैं हाँ असी मैं अपने शरीर को समझ लिया, पर शरीर एक टिकाणा है। ये शरीर में भी गुरु साहब जी कहते हैं ये शरीर हर का मंदिर है, जिथों हर जाता, जिंदे विच रब ने रहना, रब का मंदिर उही है ना जी। और कहते भाई बहलो जी को सारा ज्ञान हो गया, ब्रह्म का ज्ञान हो गया। अपने कमरे देहो बिछाए बंद पोट को लेहो अपनाए। जदों भाई बहलो जी कहते हैं सतगुरु जी नाम तो बिना कोई इच्छा नहीं, कुछ नहीं चाहिए। धन गुरु अर्जन देव जी कहते हैं भाई बहलो फिर भी अब मोढे ते कंबली है, कंबली विछा लो।
ਤੁਹਾਨੂੰ ਕੁਛ ਦੇਣਾ, ਕੰਬਲੇ ਵਿਛਾਲੋ ਤੇ ਪੋਟ ਬੰਨ੍ਹ ਲਓ, ਅੱਜ ਪੰਡਾ ਭਰ ਕੇ ਦੇਣੀਆਂ ਨੇ। ਔਰ ਭਾਈ ਬਹਿਲੋ ਨੂੰ ਜੋ ਕੁਛ ਗੁਰੂ ਸਾਹਿਬ ਜੀ ਦਿੰਦੇ ਨੇ ਉਹ ਪ੍ਰਸੰਗ ਅੱਗੇ ਲੰਬਾ ਹੈ, ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ